ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਸੰਸਾਰ ਦੇ ਅੰਦਰ ਜੋ ਪਰਮਾਤਮਾ ਨੇ ਸ੍ਰਿਸ਼ਟੀ ਨੂੰ ਉਲੀਕਿਆ ਤੇ ਉਸ ਦੇ ਵਿੱਚ ਉਪਾਏ ਅਨੇਕਾਂ ਹੀ ਜੀਵ ਜੰਤੂ ਔਰ ਉਹਨਾਂ ਦਾ ਸਰਮੋਰ ਬਣਾਇਆ ਮਨੁੱਖ। ਜਿਸ ਤਰ੍ਹਾਂ ਪਰਮਾਤਮਾ ਦੇ ਅਕਾਲ ਪੁਰਖ ਦੇ ਦੋ ਰੂਪ ਹਨ, ਜਿਵੇਂ ਕਿ ਨਿਰਗੁਣ ਤੇ ਸਰਗੁਣ, ਇਸੇ ਤਰ੍ਹਾਂ ਹੀ ਇਨਸਾਨ ਦੇ ਵੀ ਦੋ ਵਜੂਦ ਹਨ, ਤਨ ਤੇ ਮਨ। ਨਿਰਗੁਣ ਸੂਖਸ਼ਮ ਨੂੰ ਕਿਹਾ ਜਾਂਦਾ ਔਰ ਸਰਗੁਣ ਹੈ ਜੋ ਅਸਥੂਲ ਹੈ। ਕਿਹਾ ਜਾਂਦਾ ਹੈ ਕਿ ਨਿਰਗੁਣ ਦੇ ਵਿੱਚ ਪਰਮਾਤਮਾ ਆਪਣੇ ਆਪ ਦੇ ਵਿੱਚ ਆਪ ਹੈ, ਇੱਕ ਸ਼ਕਤੀ ਹੈ, ਤੇ ਸਰਗੁਣ ਦੇ ਵਿੱਚ ਅਸਥੂਲ ਰੂਪ ਦੇ ਵਿੱਚ ਹੈ। ਤੇ ਇਸੇ ਤਰ੍ਹਾਂ ਹੀ ਸਾਡੇ ਵੀ ਦੋ ਵਜੂਦ ਹਨ ਇਨਸਾਨ ਦੇ, ਤਨ ਤੇ ਮਨ। ਤਨ ਅਸਥੂਲ ਹੈ, ਮਨ ਸੂਖਸ਼ਮ। ਤਨ ਦੀਆਂ ਆਪਦੀਆਂ ਲੋੜਾਂ ਨੇ ਅਸਥੂਲ ਰੂਪ ਦੇ ਵਿੱਚ, ਤੇ ਮਨ ਦੀਆਂ ਅਤੀ ਸੂਖਸ਼ਮ ਲੋੜਾਂ ਜੋ ਕਿ ਸੂਖਸ਼ਮ ਰੂਪ ਦੇ ਵਿੱਚ। ਸੰਸਾਰ ਤਨ ਦੀ ਲੋੜ ਹੈ, ਨਿਰੰਕਾਰ ਮਨ ਦੀ ਲੋੜ ਹੈ, ਔਰ ਇਹ ਇਨਸਾਨ ਨੂੰ ਭਲੀ ਭਾਂਤ ਗੱਲ ਸਮਝਣੀ ਪਵੇਗੀ। ਤਨ ਦੀਆਂ ਲੋੜਾਂ ਅਸੀਂ ਧਨ ਦੇ ਨਾਲ ਪੂਰੀਆਂ ਕਰ ਸਕਦੇ, ਇਹਦੇ ਵਿੱਚ ਕੋਈ ਆਪੱਤੀ ਨਹੀਂ ਹੈ, ਪਰ ਮਨ ਦੀਆਂ ਲੋੜਾਂ ਸਿਰਫ ਧਰਮ ਦੇ ਨਾਲ ਪੂਰੀਆਂ ਹੋਣ। ਇਸ ਕਰਕੇ ਸਾਨੂੰ ਇਹਨਾਂ ਦੋਵਾਂ ਦੇ ਵਿਚਾਲੇ ਭੇਦ ਨੂੰ ਸਮਝਣਾ ਪਵੇਗਾ। ਤਨ ਤੇ ਮਨ, ਤਨ ਕੀ ਹੈ, ਮਨ ਕੀ ਹੈ। ਸੰਸਾਰ ਦੀ ਲੋੜ ਤਨ ਨੂੰ ਹੈ, ਨਿਰੰਕਾਰ ਦੀ ਲੋੜ ਮਨ ਨੂੰ ਹੈ। ਤਨ ਦੀਆਂ ਲੋੜਾਂ ਧਨ ਦੇ ਨਾਲ ਪੂਰੀਆਂ ਹੁੰਦੀਆਂ ਨੇ, ਜੋ ਸੰਸਾਰ ਦੇ ਵਿੱਚ ਅਸੀਂ ਕੰਮਕਾਰ ਕਰਦੇ ਹਾਂ। ਮਨ ਦੀਆਂ ਲੋੜਾਂ ਧਰਮ ਦੇ ਨਾਲ ਪੂਰੀਆਂ। ਤਨ ਹਮੇਸ਼ਾ ਬਾਹਰ ਨੂੰ ਭੱਜੇਗਾ, ਕਿਉਂਕਿ ਤਨ ਬਾਹਰ ਹੈ, ਤੇ ਜਿਵੇਂ ਜਿਵੇਂ ਬਾਹਰ ਭੱਜਦਾ ਹੈ ਉਵੇਂ ਉਵੇਂ ਫਿਰ ਕਹਿੰਦੇ ਇਹਦਾ ਸੰਸਾਰ ਦੇ ਨਾਲ ਸੰਬੰਧ ਜੁੜਦਾ। ਪਰ ਜੈਸੇ ਹੀ ਮਨ ਅੰਤਰਮੁਖੀ, ਕਿਉਂਕਿ ਮਨ ਦੀ ਯਾਤਰਾ ਅੰਤਰ, ਤਨ ਨੂੰ ਭੱਜਣ ਵਾਸਤੇ, ਦੌੜਨ ਵਾਸਤੇ ਕੋਈ ਜਗ੍ਹਾ ਚਾਹੀਦੀ ਹੈ, ਜਿਵੇਂ ਕਿ ਧਰਤੀ। ਤੁਹਾਡੇ ਸਾਹਮਣੇ ਇਹ ਸਰੀਰ ਹੈ, ਕੋਈ ਨਾ ਕੋਈ ਜਗ੍ਹਾ ਘੇਰੀ ਬੈਠਾ। ਪਰ ਹੁਣ ਇੱਥੇ ਇੱਕ ਸਵਾਲ ਖੜਾ ਇਹ ਹੋਵੇਗਾ ਕਿ ਮਨ ਦੀ ਕੀ ਲੋੜ ਹੈ, ਮਨ ਕੀ ਹੈ। ਤੇ ਮਨ ਨੂੰ ਭੱਜਣ ਵਾਸਤੇ ਵੀ ਕੁਝ ਚਾਹੀਦਾ ਹੈ, ਤੇ ਮਨ ਦੌੜਦਾ ਹੈ ਸਮੇਂ ਵਿੱਚ। ਤੁਸੀਂ ਗੌਰ ਮੁਤਾਲਾ ਕਰਕੇ ਦੇਖੋ, ਤੁਹਾਡੇ ਮਨ ਦੇ ਵਿੱਚ ਜਾਂ ਤਾਂ ਆਉਣ ਵਾਲੇ ਸਮੇਂ ਦੀਆਂ ਯਾਦਾਂ ਨੇ, ਜਾਂ ਆਉਣ ਵਾਲੇ ਸਮੇਂ ਦੀਆਂ ਵਿਉਂਤਾਂ ਨੇ, ਜਾਂ ਪਿੱਛੇ ਲੰਘੇ ਹੋਏ ਸਮਾਂ ਦੀਆਂ ਯਾਦਾਂ ਨੇ। ਵਰਤਮਾਨ ਦੇ ਵਿੱਚ ਮਨ ਨਹੀਂ ਹੈ, ਕਿਉਂਕਿ ਜੈਸੇ ਹੀ ਵਰਤਮਾਨ ਦੇ ਵਿੱਚ ਆਵੇਗਾ ਤੇ ਇਹਦੀ ਮੌਤ ਹੋ ਜਾਏਗੀ। ਬਿਨ ਮਨ ਮੋਏ ਕੈਸੇ ਹਰ ਪਾਏ। ਤੇ ਮਨ ਦੀ ਮੌਤ ਹੈ ਵਰਤਮਾਨ ਦੇ ਵਿੱਚ। ਜੋ ਸਿਮਰਨ ਹੈ, ਜੋ ਸਾਧਨਾ ਹੈ, ਜੋ ਭਗਤੀ ਹੈ, ਇਹ ਸਭ ਮਨ ਨੂੰ ਵਰਤਮਾਨ ਵਿੱਚ ਲੈ ਕੇ ਆਉਣ ਵਾਸਤੇ। ਧਰਮ ਮਨ ਨੂੰ ਵਰਤਮਾਨ ਵਿੱਚ ਲੈ ਕੇ ਆਉਣ ਵਾਸਤੇ, ਤਨ ਤੇ ਮਨ ਦਾ ਬੋਧ ਕਰਾਉਣ ਵਾਸਤੇ ਹੈ ਧਰਮ। ਪਰ ਜੈਸੇ ਹੀ ਮਨ ਅੰਤਰਮੁਖੀ ਹੋਵੇ ਤੇ ਨਿਰੰਕਾਰ ਦੇ ਨਾਲ ਸੰਬੰਧ ਜੁੜ ਜਾਂਦਾ ਹੈ। ਕੁਝ ਵਿਸ਼ੇਸ਼ ਲੱਛਣ ਚਿੰਨ੍ਹ ਤਨ ਦੀ ਸੁੰਦਰਤਾ ਦੇ ਪ੍ਰਤੀਕ ਹੁੰਦੇ ਨੇ। ਸਾਨੂੰ ਪਤਾ ਲੱਗ ਜਾਂਦਾ ਹੈ ਕਿ ਤਨ ਬਹੁਤ ਸੁੰਦਰ ਹੈ, ਕਿਉਂਕਿ ਕੁਝ ਲੱਛਣ ਪ੍ਰਤੀਤ ਹੁੰਦੇ ਨੇ। ਪਰ ਕੁਝ ਦੈਵੀ ਗੁਣ ਮਨ ਦੀ ਸੁਪਨਾ ਦੇ ਵੀ ਹੁੰਦੇ ਨੇ, ਜਿਸ ਤੋਂ ਪਤਾ ਲੱਗ ਜਾਂਦਾ ਹੈ ਕਿ ਮਨ ਨਿਰੰਕਾਰ ਦੇ ਨਾਲ ਜੁੜਿਆ ਹੋਇਆ। ਤਨ ਨੂੰ ਰਹਿਣ ਲਈ ਮਕਾਨ ਚਾਹੀਦਾ, ਪਰ ਮਨ ਨੂੰ ਉਹਦਾ ਆਪਣਾ ਕੋਈ ਵੀ ਟਿਕਾਣਾ ਨਹੀਂ ਹੈ। ਤਨ ਇੱਕ ਥਾਂ ਤੇ ਕੇਂਦਰਿਤ ਹੈ, ਪਰ ਮਨ ਇੱਕ ਥਾਂ ਤੇ ਕੇਂਦਰਿਤ ਨਹੀਂ। ਸੱਚ ਜਾਣਿਓ, ਇਹ ਜੋ ਤਨ ਹੈ ਇਹ ਟੋਟਿਆਂ ਵਿੱਚ ਨਹੀਂ ਜੀ ਸਕਦਾ, ਇਹ ਖੰਡਾਂ ਵਿੱਚ ਨਹੀਂ ਜੀ ਸਕਦਾ, ਕਿਉਂਕਿ ਜੇ ਅਸੀਂ ਤਨ ਦੇ ਖੰਡ ਕਰ ਦਿਆਂਗੇ, ਯਾਨੀ ਕਿ ਭਾਗ ਕਰ ਦਿਆਂਗੇ, ਇਹਦੀ ਮੌਤ ਹੋ ਜਾਏਗੀ। ਤੇ ਸੱਚ ਜਾਣਿਓ, ਮਨ ਇੱਕ ਵਿੱਚ ਨਹੀਂ ਜੀ ਸਕਦਾ, ਮਨ ਹਮੇਸ਼ਾ ਖੰਡਾਂ ਵਿੱਚ ਜੀਂਦਾ। ਜੇ ਮਨ ਨੂੰ ਇੱਕ ਕਰ ਦਈਏ ਤੇ ਮਨ ਦੀ ਮੌਤ ਹੋ ਜਾਂਦੀ ਹੈ। ਮਨ ਇੱਕ ਨਹੀਂ ਹੋਣਾ ਚਾਹੁੰਦਾ। ਇਸ ਕਰਕੇ ਅਸੀਂ ਸਿਮਰਨ ਕਰਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਪਾਠ ਕਰਦੇ ਹਾਂ, ਤੇ ਸਾਡਾ ਮਨ ਇਹਦੇ ਵਿੱਚ ਨਹੀਂ ਜੁੜਦਾ, ਸਾਡਾ ਮਨ ਇਹਦੇ ਵਿੱਚ ਨਹੀਂ ਜੁੜਦਾ, ਕਿਉਂਕਿ ਮਨ ਦਾ ਕੋਈ ਵੀ ਟਿਕਾਣਾ ਨਹੀਂ ਹੈ। ਤਨ ਦੀ ਆਪਣੀ ਔਲਾਦ ਹੈ, ਮਨ ਦੀ ਵੀ ਆਪਣੀ ਸੰਤਾਨ ਹੁੰਦੀ ਹੈ। ਕੋਈ ਯਤਨ ਕਰਕੇ ਤਨ ਦੇ ਰਹਿਣ ਲਈ ਸੁੰਦਰ ਮਹਲ ਖੜੇ ਕਰ ਸਕਦਾ, ਪਰ ਮਨ ਦਾ
ਆਪਣਾ ਸੁਖ ਮਹਲ ਹੈ। ਅਗਰ ਇਹ ਪਰਮਾਤਮਾ ਨਾਲ ਜੁੜ ਜਾਂਦਾ ਹੈ ਤਾਂ ਇਹ ਸੁਖੀ ਹੈ। ਜਿਵੇਂ ਗੁਰਬਾਣੀ ਕਹਿੰਦੀ ਹੈ ਕਿ ਨਿਰੰਕਾਰ ਕੇ ਦੇਸ ਜਾਏ ਤਾਂ ਸੁਖ ਲਹਿਲ ਮਹਲ। ਸੋਰਠ ਮਹੱਲਾ ਪਹਿਲਾ, ਅੰਗ 595, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਜੋ ਬੰਦਾ ਪ੍ਰਲਬਧ ਨਹੀਂ ਕਰਦਾ, ਜੋ ਮਿਹਨਤ ਨਹੀਂ ਕਰਦਾ, ਉਹ ਆਪਣੀ ਕੁੱਲੀ ਦੇ ਵਿੱਚ ਵੀ ਗੰਦੀ ਥਾਂ ਤੇ ਰਹਿੰਦਾ। ਤੇ ਇਸੇ ਤਰ੍ਹਾਂ ਹੀ ਕਿਉਂਕਿ ਤਨ ਨੇ ਮਕਾਨ ਦੇ ਵਿੱਚ ਰਹਿਣਾ, ਪਰ ਜੇ ਉਹ ਪ੍ਰਲਬਧ ਨਾ ਕਰੇ ਤਾਂ ਉਹ ਮਕਾਨ ਗੰਦਾ ਹੋਵੇਗਾ ਤੇ ਉਹ ਗੰਦੇ ਮਕਾਨ ਦੇ ਵਿੱਚ ਹੀ ਰਹੇਗਾ। ਇਸ ਤਰ੍ਹਾਂ ਹੀ ਗਿਆਨ ਤੋਂ ਰਹਿਤ ਮਨ ਵੀ ਗੰਦਗੀ ਦੇ ਵਿੱਚ ਭਟਕਦਾ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵਿੱਚ। ਅਗਰ ਉਹਨੂੰ ਸੰਪੂਰਨ ਤੌਰ ਤੇ ਗਿਆਨ ਆ ਜਾਵੇ, ਪਰਮਾਤਮਾ ਦੇ ਦਾ ਸਿਮਰਨ ਕਰ ਕਰਕੇ ਪਰਮਾਤਮਾ ਨਾਲ ਜੁੜ ਜਾਏ, ਤਾਂ ਜੈਸੇ ਹੀ ਇਹਨੂੰ ਗਿਆਨ ਆਵੇਗਾ, ਇਹਨੂੰ ਪਤਾ ਲੱਗ ਜਾਏਗਾ ਕਿ ਮਨ ਦੀ ਯਾਤਰਾ ਕੀ ਹੈ, ਸੁਰਤ ਦੀ ਯਾਤਰਾ ਕੀ ਹੈ, ਪਰਮਾਤਮਾ ਦੇ ਦੇਸ਼ ਕੈਸੇ ਜਾਣਾ। ਤੇ ਗਿਆਨਹੀਨ ਮਨੁੱਖ ਯਾਨੀ ਕਿ ਗਿਆਨਹੀਨ ਮਨ ਇਸ ਤਰ੍ਹਾਂ ਦਾ ਹੋਵੇਗਾ ਜਿਵੇਂ ਸਮੁੰਦਰ ਦੇ ਵਿੱਚ, ਸਮੁੰਦਰ ਤੇ ਨਹੀਂ, ਜਿਵੇਂ ਛੱਪੜ ਦੇ ਵਿੱਚ ਪਾਣੀ ਰੁਕ ਜਾਂਦਾ ਹੈ। ਤੇ ਜੈਸੇ ਹੀ ਨਿਰੰਕਾਰ ਦੇ ਨਾਲ ਜੁੜਦਾ ਹੈ ਤਾਂ ਇਹ ਜਲ ਇਸ ਤਰ੍ਹਾਂ ਦਾ ਹੋ ਜਾਂਦਾ ਹੈ ਜਿਵੇਂ ਵਹਿੰਦਾ ਹੋਇਆ ਜਲ। ਪਰ ਜੇ ਗਿਆਨਹੀਨ ਮਨੁੱਖ ਹੈ, ਪਰਮਾਤਮਾ ਨਾਲ ਜੁੜਿਆ ਨਹੀਂ ਹੋਇਆ ਔਰ ਵਰਤਮਾਨ ਦੇ ਵਿੱਚ ਨਹੀਂ ਜੀ ਰਿਹਾ, ਤਾਂ ਇਸ ਤਰ੍ਹਾਂ ਹੋਵੇਗਾ ਜਿਵੇਂ ਛੱਪੜ ਦਾ ਪਾਣੀ, ਬਹੁਤ ਹੀ ਗੰਦਾ, ਬਹੁਤ ਹੀ ਗੰਦਾ। ਉਹਦਾ ਤਨ ਤੇ ਮਨ ਦੱਸ ਦੇਗਾ ਕਿ ਪਰਮਾਤਮਾ ਨਾਲ ਨਹੀਂ ਜੁੜਿਆ, ਕਿਉਂਕਿ ਉਹਦੇ ਪਾਸੋਂ ਗਲਤੀਆਂ ਬਹੁਤ ਵੱਡੀਆਂ ਹੋਣਗੀਆਂ, ਬਹੁਤ ਵੱਡੀਆਂ ਗਲਤੀਆਂ ਹੋਣਗੀਆਂ। ਤੁਸੀਂ ਔਰੰਗਜ਼ੇਬ ਨੂੰ ਭਲੀ ਭਾਂਤ ਜਾਣਦੇ ਹੋ, ਹਰਨਾਕਸ਼ ਨੂੰ ਭਲੀ ਭਾਂਤ ਜਾਣਦੇ ਹੋ, ਬਹੁਤ ਵੱਡੀਆਂ ਵੱਡੀਆਂ ਗਲਤੀਆਂ। ਰਾਵਣ ਨੂੰ ਭਲੀ ਭਾਂਤ ਜਾਣਦੇ ਹੋ, ਜਿਨ੍ਹਾਂ ਦੇ ਮਨ, ਜਿਨ੍ਹਾਂ ਦੀ ਸੁਰਤ ਰੁਕ ਚੁੱਕੀ ਸੀ। ਕਿਉਂ ਗੁਰਬਾਣੀ ਕਹਿੰਦੀ ਗਾਹਾਂ ਕੋ ਤਰ੍ਹਾਂ ਪਿੱਛਾ ਮੋੜ ਨਾ ਦੇਖ, ਪਿੱਛੇ ਮੁੜ ਕੇ ਨਹੀਂ, ਅੱਗੇ ਤੋਂ ਅੱਗੇ ਜਾਣਾ। ਇਸ ਯਾਤਰਾ ਤੇ ਪਿੱਛੇ ਮੁੜ ਕੇ ਨਹੀਂ ਦੇਖਣਾ। ਔਗਤ ਘਾਟੀ ਰਾਮ ਕੀ ਤਿਉਂ ਚੜ ਰਹੇ ਹੋ ਕਬੀਰ। ਇਹ ਘਾਟੀ ਬਹੁਤ ਔਖੀ ਪਰ ਨਾਮੁਮਕਿਨ ਨਹੀਂ ਹੈ। ਔਖੀ ਜ਼ਰੂਰ ਹੈ ਪਰ ਨਾਮੁਮਕਿਨ। ਤੋ ਸਾਧ ਸੰਗਤ ਜੀ, ਬੇਨਤੀ ਇਹ ਹੈ ਕਿ ਲਗਾਤਾਰ ਇਸ ਯਾਤਰਾ ਦੇ ਉੱਪਰ ਲਗਾਤਾਰ ਚੱਲਦੇ ਰਹੀਏ, ਕਿਤੇ ਤੱਕ ਕਿਤੇ ਪਹੁੰਚਾਂਗੇ ਜ਼ਰੂਰ। ਤਾਂ ਮੁਕਤਸਰ ਮੈਂ ਆਪਣੇ ਟੌਪਿਕ ਤੇ ਆਇਆ। ਤਨ ਤੋਂ ਉਤਪੰਨ ਹੁੰਦੀ ਹੈ ਔਲਾਦ, ਕੋਈ ਚੰਗੀ ਹੁੰਦੀ ਹੈ, ਕੋਈ ਮਾੜੀ ਹੁੰਦੀ ਹੈ। ਚੰਗੀ ਔਲਾਦ ਹੈ ਜਿਹੜੀ ਉਹ ਖਾਨਦਾਨ ਦਾ ਨਾਮ ਰੋਸ਼ਨ ਕਰਦੀ ਹੈ, ਭੈੜੀ ਔਲਾਦ ਹੈ ਉਹ ਖਾਨਦਾਨ ਨੂੰ ਦਾਗੀ ਕਰਦੀ ਹੈ। ਕੁੱਲ ਦਾ ਅਪਜਸ ਮਿਟ ਜਾਂਦਾ ਹੈ, 7 ਪੁੱਤਰ ਦੇ ਜਨਮ ਦਿਨ। ਜਿਵੇਂ ਗੁਰਬਾਣੀ ਕਹਿੰਦੀ ਹੈ, ਅਪਜਸ ਮਿਟੰਤ 7 ਪੁੱਤਰ। ਮਾੜੀ ਔਲਾਦ ਕੁੱਲ ਨੂੰ ਕਲੰਕਿਤ ਕਰਦੀ। ਤਨ ਦੇ ਤਲ ਤੇ ਕਿਸੇ ਦੀ ਔਲਾਦ ਮਾੜੀ ਹੁੰਦੀ ਹੈ, ਪਰ ਸੱਚ ਜਾਣਿਓ ਮਨ ਦੇ ਤਲ ਤੇ ਔਲਾਦ ਸਾਰਿਆਂ ਦੀ ਤਕਰੀਬਨ ਮਾੜੀ ਹੁੰਦੀ। ਮੈਂ ਬਹੁਤ ਵੱਡੀ ਗੱਲ ਕਹਿ ਰਿਹਾ, ਮਾਫੀ ਦਾ ਜਾਚਕ ਹਾਂ ਕਿ ਤਨ ਦੇ ਤਲ ਤੇ ਤਾਂ ਬਹੁਤ ਘੱਟ ਔਲਾਦ ਮਾੜੀ ਹੁੰਦੀ ਹੈ, ਪਰ ਮਨ ਦੇ ਤਲ ਤੇ ਬਹੁਤ ਜ਼ਿਆਦਾ ਔਲਾਦ ਮਾੜੀ ਹੁੰਦੀ, ਕਿਉਂਕਿ ਮਨ ਦੀ ਰਹਿਣ ਦੀ ਥਾਂ ਹੀ ਬਹੁਤ ਗੰਦੀ ਹੈ। ਕਿਰਤ ਕਰਕੇ ਤਨ ਦੀ ਪਾਲਣਾ ਕਰਨੀ ਹੈ ਤੇ ਆਪਣੇ ਬੱਚਿਆਂ ਦੀ ਪਾਲਣ ਪੋਸ਼ਣ ਕਰਨੀ ਹੈ। ਕੀਰਤੀ ਕਰਕੇ ਤਾਂ ਮਨ ਦੀ ਭੈੜੀ ਔਲਾਦ ਖਤਮ ਕਰਨੀ। ਗੱਲ ਧਿਆਨ ਨਾਲ ਸਰਵਣ ਕਰਨਾ ਕਿ ਕਿਰਤ ਕਰਕੇ ਤਨ ਦੀ ਪਾਲਣਾ ਕਰਨੀ ਹੈ ਤੇ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਹੈ। ਕੀਰਤੀ ਕਰਕੇ ਤਾਂ ਮਨ ਦੀ ਭੈੜੀ ਔਲਾਦ ਖਤਮ ਕਰਨੀ ਹੈ। ਮਨ ਦੀ ਰਹਿਣ ਦੀ ਗੰਦੀ ਥਾਂ ਹੈ ਤਾਂ ਇਸ ਨੂੰ ਸਾਫ਼ ਕਰਨਾ ਹੈ। ਤੇ ਮਨ ਸਾਫ਼ ਕਿਸ ਤਰ੍ਹਾਂ ਹੋਵੇਗਾ? ਸਿਮਰਨ ਦੇ ਨਾਲ, ਪਰਮਾਤਮਾ ਦੇ ਨਾਮ ਦੇ ਰਸ ਨਾਲ। ਜਪ ਤੋਂ ਤਪ ਪੈਦਾ ਹੁੰਦਾ ਹੈ, ਕਿਉਂਕਿ ਆਪਾਂ ਪਾਪਾਂ ਨੂੰ ਸਾੜਨਾ ਹੈ ਨਾ, ਮਨ ਨੂੰ ਸਾਫ਼ ਕਰਨਾ ਹੈ ਨਾ, ਮਨ ਦੀ ਗੰਦਗੀ ਨੂੰ ਕੱਢਣਾ ਹੈ। ਤੇ ਫਿਰ ਸਾਫ਼ ਕਿਵੇਂ ਹੋਵੇਗਾ? ਸਾਫ਼ ਉਦੋਂ ਹੁੰਦਾ ਹੈ ਜਦੋਂ ਅਸੀਂ ਕਿਸੇ ਚੀਜ਼ ਨੂੰ ਜਲਾ ਦਿੰਦੇ ਹਾਂ। ਤਾਂ ਜਪ ਤੋਂ ਤਪ ਪੈਦਾ ਹੁੰਦਾ ਹੈ। ਜਦੋਂ ਕੋਈ ਇਨਸਾਨ ਸਿਮਰਨ ਕਰਦਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਰਸਨਾ ਨਾਮ ਜਪੇ ਤੋਂ ਮਥੀ ਹੈ।
ਜਦੋਂ ਰਸਨਾ ਨਾਮ ਜਪੇ ਤਾਂ ਜਪ ਹੈ, ਤੇ ਜਪ ਤੋਂ ਪੈਦਾ ਹੁੰਦਾ ਹੈ ਤਪ, ਤੇ ਤਪ ਤੋਂ ਪ੍ਰਗਟ ਹੁੰਦਾ ਹੈ ਤੇਜ, ਤੇ ਜਦੋਂ ਤੇਜ ਪ੍ਰਗਟ ਹੁੰਦਾ ਹੈ, ਇਸ ਜਪ ਤੇਜ ਨੂੰ ਯੋਗ ਅਗਨ ਜਾਂ ਬ੍ਰਹਮ ਅਗਨ ਕਹਿੰਦੇ ਨੇ। ਜਿਤਨੀ ਮਾਤਰਾ ਵਿੱਚ ਜਪ ਵੱਧਦਾ ਹੈ, ਤਪ ਤੇਜ ਉਤਨਾ ਹੀ ਉਜਾਗਰ ਹੁੰਦਾ ਹੈ। ਬਾਹਰ ਪਈ ਗੰਦਗੀ ਅੱਗ ਨਾਲ ਸਾੜਿਆ ਜਾਂਦਾ ਹੈ, ਅੰਦਰ ਪਈ ਗੰਦਗੀ ਵਿਕਾਰਾਂ ਨੂੰ ਤਪ ਨਾਲ ਜਲਾਇਆ ਜਾ ਸਕਦਾ ਹੈ। ਤਨ ਦੀ ਜੋ ਔਲਾਦ ਹੁੰਦੀ ਹੈ ਉਹ ਬਕਾਇਦਾ ਨਾਮ ਰੱਖੇ ਜਾਂਦੇ ਹਨ, ਪਰ ਮਨ ਦੀ ਜੋ ਉਤਪੰਨ ਔਲਾਦ ਹੈ ਨਾ, ਉਹਦੇ ਵੀ ਨਾਮ ਰੱਖੇ ਹੋਏ ਨੇ। ਕਿ ਮਨ ਦੇ 5 ਪੁੱਤਰ ਨੇ, ਜੇ ਮੈਂ ਇਸ ਤਰ੍ਹਾਂ ਕਹਾਂ ਤਾਂ ਗਲਤ ਨਹੀਂ। ਮਨ ਦੇ 5 ਪੁੱਤਰ ਨੇ, ਕਿਹੜੇ ਜੀ? ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਅਹੰਕਾਰ ਹੈ। ਇਹ 5 ਮਨ ਦੀ ਉਪਜ ਹਨ। ਮਨ ਵਿਚਾਰਾਂ ਦੀ ਮੂਰਤੀ ਹੈ। ਜਿਸ ਦਿਨ ਵਿਚਾਰ ਮੁੱਕ ਜਾਂਦੇ ਨੇ, ਮਨ ਮੁੱਕ ਜਾਂਦਾ। ਕਾਮ, ਕ੍ਰੋਧ, ਲੋਭ, ਮੋਹ ਇਹ ਫੁਰਨੇ ਵਿਚਾਰਾਂ ਦੀ ਤਰ੍ਹਾਂ ਮਨ ਦੇ ਵਿੱਚ ਪੈਦਾ ਹੁੰਦੇ ਹਨ। ਇਹਨਾਂ ਫੁਰਨਿਆਂ ਨੂੰ ਸਾੜਨਾ, ਤੇ ਸਾੜਨਾ ਕਿਸ ਤਰ੍ਹਾਂ? ਜਿਸ ਤਰ੍ਹਾਂ ਅਸੀਂ ਬਿਆਨ ਕੀਤਾ, ਜਪ ਤੋਂ ਤਪ, ਤੇ ਤਪ ਦੀ ਅਗਨ ਦੇ ਨਾਲ ਇਹ ਸੜ ਕੇ ਸੁਆਹ ਹੁੰਦੇ। ਜਿਸ ਤ੍ਰਿਸ਼ਨਾ ਦੀ ਝੁੱਗੀ ਦੇ ਵਿੱਚ ਮਨ ਰਹਿੰਦਾ, ਇਸ ਨੂੰ ਅਗਨ ਭੇਟ ਕਰਨਾ। ਜੋ ਆਪਣੇ ਮਨ ਦੀ ਭੈੜੀ ਔਲਾਦ ਨਹੀਂ ਸਾੜ ਸਕਿਆ, ਉਹ ਦੂਜਿਆਂ ਦੇ ਜਿਸਮਾਨੀ ਔਲਾਦ ਸਾੜਨ ਤੇ ਤੜਫਾਉਂਦਾ। ਇਹ ਅਸੀਂ ਆਮ ਇਨਸਾਨ ਦੇਖਦੇ ਹਾਂ ਸੰਸਾਰ ਦੇ ਵਿੱਚ। ਜੋ ਮਨ ਦੀ ਝੁੱਗੀ ਤ੍ਰਿਸ਼ਨਾ ਨੂੰ ਨਹੀਂ ਸਾੜ ਸਕਿਆ, ਉਹ ਦੂਜਿਆਂ ਦੇ ਮਹਲ ਨੂੰ ਅਗਨ ਲਾਉਂਦਾ। ਤੁਸੀਂ ਦੇਖ ਰਹੇ ਹੋ ਅੱਜ ਕੱਲ੍ਹ ਦੇ ਰਾਜਨੀਤੀ ਕੀ ਕਰ ਰਹੇ ਨੇ। ਜਿਹਦਾ ਮਨ ਆਪਦਾ ਸ਼ਾਂਤ ਨਹੀਂ, ਉਹ ਦੂਜਿਆਂ ਦੇ ਮਨ ਸ਼ਾਂਤ ਵੀ ਨਹੀਂ ਰਹਿਣ ਦਿੰਦਾ। ਜਲਾਉਣ ਦੀਆਂ ਰੁਚੀਆਂ ਮਨੁੱਖ ਦੇ ਅੰਦਰ ਨੇ। ਅਗਰ ਇਹ ਰੁਚੀਆਂ ਬਾਹਰ ਆ ਜਾਣ ਤਾਂ ਸੱਚ ਜਾਣਿਓ, ਬਾਹਰ ਬਹੁਤ ਤਬਾਹੀ ਮਚਾਉਂਦਾ। ਲੁਕਾਈ ਤਰਾਹ ਤਰਾਹ ਕਰ ਉੱਠਦੀ ਹੈ। ਪਰ ਇਹ ਸਾੜਨ ਦੀਆਂ ਰੁਚੀਆਂ ਅਗਰ ਅੰਤਰਮੁਖੀ ਹੋ ਜਾਣ, ਮਨ ਦੀ ਭੈੜੀ ਔਲਾਦ ਜਲ ਕੇ ਸੁਆਹ ਕਰ ਦੇਣਗੇ। ਇਹ ਮਰਜ਼ੀ ਸਾਡੀ ਹੈ ਕਿ ਇਹਨਾਂ ਤ੍ਰਿਸ਼ਨਾ ਨੂੰ ਅਸੀਂ ਅੰਦਰ ਲੈ ਕੇ ਜਾਣਾ ਕਿ ਬਾਹਰ ਕੱਢਣਾ। ਇਸ ਅਗਨ ਨੂੰ ਅਸੀਂ ਬਾਹਰ ਲੋਕ ਜਲਾਉਣੇ ਨੇ ਕਿ ਅੰਦਰ ਦੀਆਂ ਆਦਤਾਂ ਨੂੰ ਜਲਾਉਣਾ। ਕਾਮ, ਕ੍ਰੋਧ, ਲੋਭ, ਮੋਹ ਸਾੜਨਾ, ਇਹ ਸਾਡੀ ਇੱਛਾ, ਇਹ ਪ੍ਰਮਾਤਮਾ ਨੇ ਸਾਡੇ ਹੱਥ 'ਚ ਦੇ ਰੱਖੀ। ਪਰਮ ਆਨੰਦ ਦੀ ਛਵੀ ਅੰਦਰ ਬਣਦੀ ਇਸ ਤਰ੍ਹਾਂ ਦੀ, ਪਰ ਇਹ ਉਦੋਂ ਬਣੇਗੀ ਜਦੋਂ ਜਪ ਤੋਂ ਤਪ ਪੈਦਾ ਹੋਵੇਗਾ। ਤੇ ਇਹ ਕੰਮ ਕੋਈ ਵਿਰਲਾ ਹੀ ਕਰਦਾ ਹੈ, ਕੋਈ ਵਿਰਲਾ ਹੀ ਮਨ ਹੈ ਜੋ ਆਪਣੇ ਅੰਦਰ ਦੀਆਂ ਖਾਮੀਆਂ ਨੂੰ ਸਾੜ ਕੇ ਸੁਆਹ ਕਰ ਦੇ ਤੇ ਪਰਮ ਆਨੰਦ ਤੱਕ ਲਿਵ ਜੋੜ ਦੇਵੇ। ਪਰ ਜ਼ਿਆਦਾ ਤਾਂ ਬਾਹਰੋਂ ਹੀ ਅੱਗ ਬੁਝਾਈ ਜਾਂਦੇ ਨੇ, ਅੰਦਰ ਕੌਣ ਜਾਂਦਾ? ਐਸਾ ਕੋਈ ਨਹੀਂ ਹੈ, ਬਹੁਤ ਵਿਰਲੇ ਨੇ। ਜਿਵੇਂ ਕਬੀਰ ਜੀ ਮਹਾਰਾਜ ਕਹਿੰਦੇ ਨੇ, ਕਬੀਰ ਐਸਾ ਕੋਈ ਨਾ ਜਨਮੇ ਆਪਣੇ ਕਰ ਲਾਵੇ ਆਪ। ਐਸਾ ਕੌਣ ਹੈ ਜੋ ਆਪਣੇ ਘਰ ਦੇ ਵਿੱਚ ਅੱਗ ਲਾਵੇ, ਆਪਣੇ ਹੀ ਮਨ ਨੂੰ ਮਾਰ ਮੁਕਾਵੇ? ਐਸਾ ਕੌਣ ਹੈ? ਪਰ ਕੋਈ ਵਿਰਲੇ ਜਾਣੇ ਜੋ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਪਰਮਾਤਮਾ ਦਾ ਰੂਪ ਹੋ। ਐਸਾ ਕੋਈ ਵਿਰਲਾ ਹੀ ਹੈ ਜੋ ਮਾਈ ਦਾ ਲਾਲ ਇਸ ਪ੍ਰਿਥਵੀ ਤੇ ਆਉਂਦਾ, ਜੋ ਜਪ ਤੋਂ ਤਪ ਪੈਦਾ ਕਰ ਲੈਂਦਾ ਤੇ ਤਪ ਕਰਕੇ ਆਪਣੇ ਮਨ ਦੇ ਬਣੇ ਹੋਏ ਪੁਰਾਣੇ ਸੰਸਕਾਰਾਂ ਦੇ ਘਰ ਨੂੰ ਅੱਗ ਲਾ ਦਿੰਦਾ ਤੇ 5 ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਨੂੰ ਸਾੜ ਕੇ ਸੁਆਹ ਕਰ ਦਿੰਦਾ ਤੇ ਸਦਾ ਲਈ ਆਨੰਦ ਵਿੱਚ ਲੀਨ ਹੋ ਜਾਂਦਾ। ਜਨਮਾਂ ਜਨਮਾਂ ਤੋਂ ਬਣੇ ਸੰਸਕਾਰ ਇਸ ਵਿੱਚ ਤ੍ਰਿਸ਼ਨਾ ਮੂਲ ਰੂਪ ਵਿੱਚ ਜਿਤਨੇ ਤੱਕ ਨਹੀਂ ਸਾੜੇ ਜਾਂਦੇ, ਜਨਮ ਮਰਨ ਨਹੀਂ ਮਿਟਦਾ। ਉਹਨਾਂ ਚਿਰ ਜਨਮ ਮਰਨ ਚੱਲਦਾ ਰਹੇਗਾ ਜਿੰਨਾ ਚਿਰ ਮਨ ਦੀ ਮੌਤ ਨਹੀਂ ਹੋਈ, ਮਨ ਨੂੰ ਤਪ ਦੇ ਨਾਲ ਨਹੀਂ ਸਾੜਿਆ ਗਿਆ। ਮੈਂ ਮਾਫੀ ਮੰਗਲਾ, ਜਾਂਦੇ ਨੇ ਰੋਜ਼ ਮੰਦਰ, ਮਸਜਿਦ, ਗੁਰਦੁਆਰੇ, ਪਰ ਜਿਤਨਾ ਚਿਰ ਆਪਣੇ ਮਨ ਨੂੰ ਨਹੀਂ ਜਾਂਚਿਆ, ਆਪਣੇ ਮਨ ਵਿੱਚ ਪਏ ਹੋਏ ਸੰਸਕਾਰਾਂ ਨੂੰ ਸਾੜ ਕੇ ਸੁਆਹ ਨਹੀਂ ਕੀਤਾ, ਉਹਨਾਂ ਚਿਰ ਜਨਮ ਮਰਨ ਖਤਮ ਨਹੀਂ ਹੋਵੇਗਾ। ਇਹ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਸਰੀਰ ਜੈਸੇ ਜੈਸੇ ਬੁੱਢਾ ਹੁੰਦਾ ਹੈ, ਮਨ ਵੈਸੇ ਵੈਸੇ ਜਵਾਨ ਹੋਈ ਜਾਂਦਾ। ਮੈਂ ਮਾਫੀ ਮੰਗਲਾ, ਇਹ ਗੱਲ ਤੁਹਾਨੂੰ ਸੰਸਾਰ ਦੇ ਵਿੱਚ ਵੇਖਣ ਨੂੰ ਮਿਲੇਗੀ।
जैसे जैसे तन बुढ़ा ਹੁੰਦਾ ਜਾਂਦਾ ਹੈ, ਮਨ ਵੈਸੇ ਵੈਸੇ ਜਵਾਨ ਹੁੰਦਾ ਜਾਂਦਾ ਹੈ। ਬੁੱਢੇ ਤਨ ਤੋਂ ਜਵਾਨ ਮਨ ਕਾਬੂ ਕਰਨਾ ਬਹੁਤ ਔਖਾ ਹੈ। ਇਹ ਤਾਂ ਜਵਾਨੀ ਵਿੱਚ ਕਾਬੂ ਕਰ ਲਈਏ ਤਾਂ ਕਰ ਲਈਏ, ਬੁਢਾਪੇ ਵਿੱਚ ਜਾ ਕੇ ਮਨ ਕਾਬੂ ਨਹੀਂ ਆ ਸਕਦਾ। ਮੈਂ ਮਾਫੀ ਮੰਗ ਲਾਂ ਜੇ ਕੁਝ ਜ਼ਿਆਦਾ ਬੋਲ ਗਿਆ ਹਾਂ, ਪਰ ਇਹ ਸੱਚ ਹੈ ਸਾਧ ਸੰਗਤ। ਤੁਸੀਂ ਸਾਰੇ ਸਿਆਣੇ ਬੈਠੇ ਹੋ, ਤੁਸੀਂ ਇਹ ਸਾਰੀ ਗੱਲ ਜਾਣਦੇ ਹੋ। ਤਨ ਦੇ ਅੰਤ ਤੋਂ ਪਹਿਲਾਂ ਮਨ ਦਾ ਅੰਤ ਹੋਣਾ ਬਹੁਤ ਲਾਜ਼ਮੀ ਹੈ। ਜੇ ਤਨ ਦੇ ਅੰਤ ਤੱਕ ਮਨ ਦਾ ਅੰਤ ਨਹੀਂ ਹੋਇਆ ਤੇ ਇਹਦਾ ਅਗਲਾ ਜਨਮ ਲਾਜ਼ਮੀ ਹੈ। ਪਹਿਲੇ ਪੈਰ ਕੇ ਬਣ ਜਾ ਰਿਹਾ ਮਿੱਤਰਾ, ਹੁਕਮ ਪਿਆ ਗਰਭਾਸ, ਦੁਬਾਰਾ ਫਿਰ ਚਲੇ ਜਾਏਗਾ ਗਰਭ ਦੇ ਵਿੱਚ। ਪਰਮਾਤਮਾ ਦੇ ਹੁਕਮ ਹੈ, ਤੈਨੂੰ ਜਾਣਾ ਪਏਗਾ। ਤੇਰੇ ਮਨ ਦੀ ਮੌਤ ਨਹੀਂ ਹੈ। ਤੇਰੇ ਮਨ ਦੀ ਮੌਤ ਨਹੀਂ ਹੋਈ ਤਾਂ ਤੈਨੂੰ ਅਗਲੇ ਜਨਮ ਦੇ ਵਿੱਚ ਜਾਣਾ ਪਏਗਾ। ਤਨ ਦਾ ਦਾਹ ਸੰਸਕਾਰ ਤੋਂ ਪਹਿਲਾਂ ਮਨ ਦਾ ਦਾਹ ਸੰਸਕਾਰ ਹੋਣਾ ਬਹੁਤ ਲਾਜ਼ਮੀ ਹੈ। ਪਰਮ ਪਦ ਨਸੀਬ ਹੋਣਾ ਬਹੁਤ ਲਾਜ਼ਮੀ। ਪਰਮ ਗੁਰ ਸ਼ਬਦ ਵਿਚਾਰ ਤੇ ਸਾਵਧਾਨੀ ਜਦ ਜੀਵਨ ਵਿੱਚ ਲਈ ਹੈ, ਆਪਾਂ ਲਿਆਉਣੇ ਆ, ਬ੍ਰਹਮ ਅਗਨ ਪੈਦਾ ਹੋ ਜਾਂਦੀ ਉਸੇ ਵਕਤ, ਤੇ ਮਨ ਦੀ ਦੁਨੀਆ ਜਲ ਕੇ ਖਾਕ ਹੋ ਜਾਂਦੀ। ਆਤਮਾ ਸੁਗੰਧ ਹੋ ਉੱਠਦੀ ਹੈ, ਪਰ ਆਤਮਾ ਦਾ ਵੈਸੇ ਵੀ ਸਰੂਪ ਸੁਗੰਧਮਈ ਹੈ, ਤੇ ਪ੍ਰਭੂ ਦੀ ਦੇਸ਼ ਪੁੱਜ ਜਾਂਦੀ ਹੈ। ਖਾਕ ਹੱਡੀਆਂ ਸੁਆਹ ਪਿੱਛੇ ਰਹਿ ਜਾਂਦੀ, ਜਿਹਨੂੰ ਅਸੀਂ ਫੁੱਲ ਕਹਿੰਦੇ ਹਾਂ। ਪਰ ਯਾਦ ਰੱਖਿਆ ਜਾਵੇ, ਫੁੱਲ ਅਸਥੂਲ ਨੇ, ਸੂਖਸ਼ਮ ਨਹੀਂ, ਅੱਗੇ ਨਹੀਂ ਜਾ ਸਕਦੇ। ਸੁਗੰਧੀ ਅੱਗੇ ਜਾ ਸਕਦੀ ਹੈ। ਇਸ ਤਰ੍ਹਾਂ ਮਨੁੱਖ ਬ੍ਰਹਮ ਜੋਤੀ, ਪਾਰ ਬ੍ਰਹਮ ਜੋਤੀ ਵਿੱਚ ਲੀਨ ਕਰ ਲੈਂਦਾ ਤੇ ਸੰਪੂਰਨ ਹੋ ਜਾਂਦਾ। ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਜਦੋਂ ਜੋਤ ਦੇ ਵਿੱਚ ਜੋਤ ਰਲ ਜਾਂਦੀ, ਸੰਪੂਰਨ ਹੋ ਜਾਂਦਾ। ਇਨਸਾਨ ਲਗਾਤਾਰ ਸਿਮਰਨ ਕਰੇ 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 ਔਰ ਸਿਮਰਨ ਕਰਦਾ ਕਰਦਾ ਉਸ ਪਾਰ ਬ੍ਰਹਮ ਪਰਮਾਤਮਾ ਤੱਕ ਪਹੁੰਚ ਜਾਵੇ। ਜੋਤੀ ਜੋਤ ਰਲੀ